जग तारण को अवतार बनायो। जपियो जिन अर्जुन देव गुरु। फिर संकट जोन गर्भ न आयो। जपियो जिन अर्जुन देव गुरु। फिर संकट जोन गर्भ न आयो। सतनाम श्री वाहिगुरु साहिब जी। संग न चालस तेरै तना। तू क्या लपटा वह मूरख मना। सुत मीत कुटुंब अर बनिता। इनते कहो तुम कवन सनाथा। राज रंग माया विस्तार। इनते कहो कवन छुटकार। अस हस्ती रथ सवारी। झूठा डंभ झूठ पासारी। जिन दिए तिस बुझै ना बिगाना। नाम विसार नानक पछताना। जिन दिए तिस बुझै ना बिगाना। नाम विसार नानक पछताना। वाहिगुरु जी का खालसा वाहिगुरु जी की फतेह। परम सन्मानयोग ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਕੱਦਸ ਬਾਣੀ ਆਨੰਦ ਸਾਹਿਬ ਜੀ ਦੀ ਵਿਚਾਰ ਆਪ ਸਰਵਣ ਕਰ ਰਹੇ ਹੋ। ਸ਼ਾਮ ਦੇ ਦੀਵਾਨਾਂ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਆਨੰਦ ਸਾਹਿਬ ਦੀ ਬਾਣੀ। ਉਸ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਜਿੱਥੇ ਅਸੀਂ 28 ਪੌੜੀਆਂ ਤੱਕ ਪਹੁੰਚ ਚੁੱਕੇ ਹਾਂ ਔਰ ਉਹਨਾਂ ਹੀ ਪੌੜੀਆਂ ਦੇ ਵਿੱਚ ਸਤਿਗੁਰੂ ਜੀ 27, 28 ਔਰ 29 ਪੌੜੀ ਦੇ ਵਿੱਚ ਬੜੀ ਕਮਾਲ ਦੀ ਗੱਲ ਦੱਸਦੇ ਨੇ। 28 ਔਰ 29ਵੀਂ ਪੌੜੀ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਇਹ ਦੱਸਦੀ ਹੈ ਕਿ ਦੁਨੀਆ ਦੇ ਲੋਕੋ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ। ਮਨਹੁ ਕਿਉਂ ਵਿਸਾਰੀਐ ਏ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ। ਕਿ ਤੁਸੀਂ ਮਾਤਾ ਦੇ ਗਰਭ ਦੇ ਵਿੱਚੋਂ ਜੰਮਿਓ, ਤੁਸੀਂ ਕੀ ਲੈ ਕੇ ਆਇਓ। ਤੇ ਅੰਤ ਵੇਲੇ ਸਤਿਗੁਰੂ ਜੀ ਕਹਿੰਦੇ ਫਿਰ ਇਸ ਸੰਸਾਰ ਦੇ ਵਿੱਚ ਅਸੀਂ ਜੀਵਨ ਬਤੀਤ ਕਰਦੇ ਹਾਂ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ। ਅਗਲੀ ਪੌੜੀ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵੀਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਿ ਸਾਰਾ ਜੀਵਨ ਕਿਉਂਕਿ ਮਾਤਾ ਦੇ ਗਰਭ ਤੋਂ ਅਸੀਂ ਪੈਦਾ ਹੋਏ ਇਸ ਸੰਸਾਰ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਪਰਿਵਾਰ ਭਲਾ ਪਾਇਆ ਦਾ ਜ਼ਿਕਰ ਕੀਤਾ। ਅੱਗੇ ਸਤਿਗੁਰੂ ਜੀ ਕਹਿੰਦੇ ਫਿਰ ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਉਸ ਖਸਮ ਦੇ ਨਾਮ ਦੀ ਲਿਵ ਛੁੱਟ ਗਈ। ਉਸ ਖਸਮ ਨੂੰ ਵਿਸਾਰ ਕੇ ਖਸਮ ਵਿਸਾਰ ਕੀਏ ਰਸ ਭੋਗ ਤਾ ਤਨ ਉੱਠ ਖਲੋਏ ਰੋਗ। ਮਹਾਰਾਜ ਜੀ ਕਹਿੰਦੇ ਤਨ ਦੇ ਵਿੱਚ ਰੋਗ ਉੱਠ ਗਏ ਕਿਉਂਕਿ ਖਸਮ ਨੂੰ ਵਿਸਾਰ ਕੇ ਭੋਗ ਕੀਤੇ। ਭੋਗੰ ਤਾਂ ਰੋਗੰ। ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਇਸ ਅਸ਼ਟਪਦੀ ਦੇ ਵਿੱਚ ਜਿਹੜਾ ਅਸੀਂ ਪੰਜਵਾਂ ਪਦਾ ਪੜ੍ਹਿਆ ਇਹਦੇ ਵਿੱਚ ਸਤਿਗੁਰੂ ਜੀ ਨੇ ਇਹੀ ਕਿਹਾ ਨਾ ਬੰਦਾ ਇੱਥੋਂ ਕੁਛ ਲੈ ਕੇ ਆਇਆ ਤੇ ਨਾ ਕੁਛ ਇੱਥੋਂ ਲੈ ਕੇ ਜਾਏਗਾ। ਬਸ ਸਤਿਗੁਰੂ ਜੀ ਕਹਿੰਦੇ ਆ ਕਿ ਇਸ ਸੰਸਾਰ ਦੇ ਵਿੱਚ ਇੰਨਾ ਪਸਾਰਾ ਵਧਾਈ ਜਾ ਰਿਹਾ ਮਨੁੱਖ, ਇੰਨਾ ਪਸਾਰਾ ਜਿੰਨਾ ਵੱਧ ਪਸਾਰਾ ਇਹ ਬਣਾਉਂਦਾ ਹੈ ਪਦਾਰਥਾਂ ਦਾ, ਇਹ ਜਿੰਨਾ ਵੱਧ ਪਸਾਰਾ ਬਣਾਉਂਦਾ ਹੈ ਅੱਗੇ ਪਿੱਛੇ ਲੋਕਾਂ ਦਾ ਮਹਾਰਾਜ ਜੀ ਕਹਿੰਦੇ ਉਨਾ ਹੀ ਇਹ ਮੋਹ ਦੇ ਵਿੱਚ ਫਸਦਾ ਜਾਂਦਾ। ਪਦਾਰਥਾਂ ਦੀ ਬਹੁਤਾਤ ਹੋਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨਾ ਨਹੀਂ ਕਰਦੀ। ਸਾਹਿਬ ਜੀ ਕਹਿੰਦੇ ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਸਭ ਕੁਛ ਆ ਗਿਆ, ਖਾਦਾ ਪੈਦਾ ਮਾਇਆ, ਖਾਣਾ ਵੀ ਪਹਿਨਣਾ ਵੀ ਤੇ ਮਾਇਆ ਵੀ ਕਹਿਤਾ, ਗੱਲ ਹੀ ਮੁਕਾਤੀ। ਮਾਇਆ ਦੇ ਵਿੱਚ ਸਭ ਕੁਛ ਆ ਗਿਆ। ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਜਿਹੜੀਆਂ ਰੂਹਾਂ ਨਾਮ ਦੇ ਵਿੱਚ ਰਤੀਆਂ ਹੋਈਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹੈ ਫਿਰ ਉਹਨਾਂ ਦੇ ਅੰਦਰ ਇੱਕ ਬਖਸ਼ਿਸ਼ ਹੈ। ਉਹ ਬਖਸ਼ਿਸ਼ ਕਿਹੜੀ ਹੈ? ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਵਿੱਚ ਇਹ ਬਖਸ਼ਿਸ਼ ਹੈ। ਉਹ ਇਹ ਕਹਿੰਦੇ ਆ ਗੁਰ ਮੇਰਾ ਸੰਗ ਸਦਾ ਹੈ ਨਾਲੇ। ਪਦਾਰਥਾਂ ਦੇ ਵਿੱਚ ਹੋ ਕੇ ਵੀ ਇਹ ਕਹਿੰਦੇ ਆ ਕਿ ਸਿਮਰ ਸਿਮਰ ਤੇ ਸਦਾ ਸੰਭਾਲੇ ਕਿ ਪ੍ਰਭੂ ਨੂੰ ਹੀ ਅਸੀਂ ਚੇਤਾ ਕਰੀਏ। ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਇਸ ਅਸ਼ਟਪਦੀ ਦੇ ਨਾਲ ਜਿਹੜਾ ਅਸੀਂ ਸ਼ਲੋਕ ਕੱਲ ਵਿਚਾਰਿਆ ਸੀ, ਸਤਿਗੁਰੂ ਜੀ ਸ਼ਲੋਕ ਦੇ ਵਿੱਚ ਇਹੀ ਸਮਝਾਉਂਦੇ ਨੇ ਕਿ ਸਾਥ ਨਾ ਚੱਲ, ਕਿ ਤੇਰੇ ਨਾਲ ਕੁਛ ਨਹੀਂ ਜਾਣ ਵਾਲਾ। ਕਿਉਂਕਿ
ਤੂੰ ਮਨ ਆਪਣਾ ਵਿਖਿਆ ਦੇ ਵਿੱਚ ਲਾਇਆ ਹੋਇਆ, ਔਰ ਜਿੰਨਾ ਕੁ ਚਿਰ ਸਾਡਾ ਮਨ ਇਸ ਵਿਖਿਆ ਦੇ ਮੋਹ ਦੇ ਵਿੱਚ ਹੈ, ਉਹਨਾਂ ਚਿਰ ਸਾਨੂੰ ਇੱਥੇ ਜੀਵਨ ਜਿਉਂਦਿਆਂ ਵੀ ਦੁੱਖ ਹੈ ਤੇ ਮਰਨ ਲੱਗਿਆਂ ਵੀ ਇੱਥੇ ਦੁੱਖ ਹੈ। ਤੇ ਸਤਿਗੁਰੂ ਜੀ ਕਹਿੰਦੇ ਤੇ ਮਰਨ ਤੱਕ ਨਹੀਂ, ਮਰਨ ਤੋਂ ਬਾਅਦ ਵੀ ਦੁੱਖ ਹੈ। ਇਹ ਕਿਸੇ ਨੇ ਨਹੀਂ ਦੇਖਿਆ, ਪਰ ਗੁਰੂ ਕਹਿੰਦਾ ਹੈ, ਗੁਰੂ ਨੇ ਦੇਖਿਆ, ਗੁਰੂ ਸਾਹਿਬ ਜਾਣਦੇ ਨੇ। ਤੇ ਉਹਨਾਂ ਨੇ ਦੱਸਿਆ, ਗੁਰੂ ਸਾਹਿਬਾਨਾਂ ਨੇ ਦੱਸਿਆ, ਭਗਤਾਂ ਨੇ ਦੱਸਿਆ ਕਿ ਉਸ ਤੋਂ ਬਾਅਦ ਵੀ ਦੁੱਖ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਸ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਸਾਹਿਬ ਜੀ ਕਹਿੰਦੇ ਹੈ ਕਿ ਦੁਨੀਆ ਦੇ ਲੋਕੋ ਬਹੁਤ ਸਾਰਾ ਜੀਵਨ ਬਤੀਤ ਕੀਤਾ ਇੱਥੇ ਦੁੱਖਾਂ ਦੇ ਵਿੱਚ, ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ। ਸਤਿਗੁਰੂ ਜੀ ਕਹਿੰਦੇ ਭਜਨ ਤੋਂ ਬਿਨਾ ਕੁਛ ਨਾਰ ਜਾਣ ਵਾਲਾ ਨਹੀਂ ਹੈ। ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਇਹੀ ਸ੍ਰੇਸ਼ਟ ਹੈ, ਪ੍ਰਭੂ ਦਾ ਨਾਮ ਚੇਤੇ ਕਰਨਾ, ਪ੍ਰਭੂ ਦਾ ਨਾਮ ਧਿਆਉਣਾ, ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸਾਉਣਾ। ਇਸ ਤੋਂ ਸ੍ਰੇਸ਼ਟ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕੁਛ ਵੀ ਨਹੀਂ ਹੈ। ਸੋ ਆਓ ਆਪ ਅਸੀਸ ਬਖਸ਼ੋ। ਇਹ ਸਮਝ ਲਿਆ ਕਿ ਨਾ ਅਸੀਂ ਕੁਛ ਇੱਥੇ ਲੈ ਕੇ ਆਏ ਹਾਂ ਤੇ ਨਾ ਇੱਥੋਂ ਕੁਛ ਲੈ ਕੇ ਜਾਣਾ ਹੈ। ਹਾਂ, ਜੇ ਨਾਮ ਚੇਤਾ ਸੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉ ਮਨੁ ਵਿਸਾਰੀ ਹੈ। ਸਤਿਗੁਰੂ ਜੀ ਕਹਿੰਦੇ ਜਿਨਨੇ ਮਾਤਾ ਦੇ ਗਰਭ ਦੇ ਵਿੱਚ ਪ੍ਰਤਪਾਲਨਾ ਕੀਤੀ, ਉਹਦਾ ਚੇਤਾ ਸੀ ਸਾਡਾ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ। ਜੇ ਮਾਤਾ ਦੇ ਗਰਭ ਦੇ ਵਿੱਚ ਸਿਮਰਨ ਦੇ ਕੇ ਸ਼ੁਰੂਆਤ ਤੋਂ ਉਹ ਖਸਮ ਸਾਰ ਕਰਨ ਵਾਲਾ ਹੈ, ਤੇ ਫਿਰ ਅੰਤ ਵੇਲੇ ਵੀ ਹੋਰ ਕੁਛ ਨਾਲ ਜਾਣ ਵਾਲਾ ਨਹੀਂ ਹੈ। ਖਸਮ ਸੇਤੀ ਅਰਦਾਸ ਨਾਮ ਦਾ ਖਜ਼ਾਨਾ, ਇਹ ਵੱਥ ਇਹੀ ਖਜ਼ਾਨਾ ਨਾਲ ਜਾਣ ਵਾਲਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਨ। ਆਓ ਜੀ ਇਸ ਅਸ਼ਟਪਦੀ ਦੇ 5ਵੇਂ ਪਦੇ ਤੋਂ ਅਸੀਂ ਅੱਜ ਦੀ ਕਥਾ ਦੀ ਆਰੰਭਤਾ ਕਰੀਏ। ਆਪ ਅਸੀਸ ਬਖਸ਼ੋ ਜਿਤਨੇ ਘਰਾਂ ਵਿੱਚ ਬੈਠੇ ਹੋ। ਆਸ ਹੈ ਕਿ ਬਹੁਤ ਪਿਆਰ ਸਤਿਕਾਰ ਅੰਦਰ ਦੀ ਭਾਵਨਾ ਦੇ ਵਿੱਚ ਆਪ ਜੁੜ ਕੇ ਇਸ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ। ਕੋਈ ਵੀ ਰਸਨਾ ਵਿਰਵੀ ਨਾ ਰਹੇ। ਸਾਰੇ ਹੀ ਇਹ ਅਰਦਾਸ ਕਰੋ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਮਨ ਨੂੰ ਪਾਤਸ਼ਾਹ ਜੀ ਬੰਨ ਲਾਉਣ, ਦਸਾਂ ਦਿਸ਼ਾਵਾਂ ਵੱਲ ਭੱਜਣ ਨੂੰ, ਤੇ ਥਿਰ ਕਰਕੇ ਇਸ ਬਾਣੀ ਨੂੰ ਪੜ੍ਹੀਏ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰ ਜੀ ਇਹ ਜਿਹੜਾ ਸ੍ਰੇਸ਼ਟ ਕਾਰਜ ਹੈ, ਇਹ ਜੀਵਨ ਦੇ ਸਵਾਸ ਲੇਖੇ ਲਾਉਣ ਵਾਲਾ, ਪ੍ਰਭੂ ਦੀ ਬੰਦਗੀ ਵਿੱਚ ਜੁੜਨ ਵਾਲਾ, ਇਹਨੂੰ ਆਪਾਂ ਧੁਰ ਲੇਖੇ ਲਾਈਏ। ਕਰੀਏ ਜੀ ਅੱਖਾਂ ਬੰਦ, ਅੰਤਰ ਧਿਆਨ ਹੋ ਕੇ ਸਾਰੇ ਹੀ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸੰਗ ਨਾ ਚਾਲਸ ਤੇਰਾ ਤਨਹਾ, ਤੂੰ ਕਿਆ ਲਪਟਾ ਵਹਿ ਮੂਰਖ ਮਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹੈ ਕਿ ਜਿਸ ਤਨ ਕਾ ਤੂੰ ਗਰਭ ਕਰਦਾ ਫਿਰਦਾ ਹੈ, ਉਹ ਤੇਰੇ ਨਾਲ ਜਾਣ ਵਾਲਾ ਨਹੀਂ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਪ੍ਰਿਥੀ ਚੰਦ ਆਪਣੇ ਪੁੱਤਰ ਨੂੰ, ਵੱਡੇ ਪੁੱਤਰ ਨੂੰ ਇਹੀ ਸਮਝਾਇਆ ਸੀ ਕਿ ਕਾਹੇ ਪੂਤ ਝਗੜਤ ਹਉ ਸੰਗ ਬਾਪ। ਜਿਹੜਾ ਤੂੰ ਆਪਣੇ ਪਿਤਾ ਗੁਰੂ ਨਾਲ ਝਗੜਾ ਕਰਦਾ ਹੈ, ਸਾਨੂੰ ਪਤਾ ਹੈ ਝਗੜੇ ਦਾ ਹੋਰ ਕੋਈ ਕਾਰਨ ਨਹੀਂ। ਝਗੜੇ ਦਾ ਇੱਕੋ ਹੀ ਕਾਰਨ ਹੈ, ਇਹ ਧਨ, ਇਹ ਪੈਸਾ, ਇਹ ਜ਼ਮੀਨ, ਇਹ ਜਾਇਦਾਦ। ਔਰ ਇਸ ਧਨ ਪਿੱਛੇ ਤੂੰ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਉਹਦੇ ਨਾਲ ਤੂੰ ਵੈਰ ਕਮਾਉਣਾ ਹੈ। ਔਰ ਆਮ ਦੀ ਗੱਲ ਤੇ ਇੱਕ ਪਾਸੇ ਰਹਿ ਗਈ, ਗੁਰੂ ਪੁੱਤਰ ਹੋ ਕੇ ਵੀ ਜੇ ਇਹ ਗੱਲਾਂ ਕਰੇ, ਤੇ ਗੁਰੂ ਰਾਮਦਾਸ ਜੀ ਨੇ ਬੜੇ ਪਿਆਰ ਦੇ ਵਿੱਚ ਉਪਦੇਸ਼ ਪ੍ਰਿਥੀ ਚੰਦ ਨੂੰ ਦਿੱਤਾ ਹੈ, ਪਰ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਸਤਿਗੁਰੂ ਜੀ ਕਹਿੰਦੇ ਇਸ ਧਨ ਕਰਕੇ ਕਿਸੇ ਨਾਲ ਵੈਰ ਨਾ ਕਮਾ। ਘੱਟੋ ਘੱਟ ਆਪਣੇ ਉਹਨਾਂ ਜੀਆਂ ਨਾਲ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ, ਘੱਟੋ ਘੱਟ ਮਾਤਾ ਪਿਤਾ ਭੈਣ ਭਰਾ, ਜਿਹੜੇ ਸਾਰ ਕਰਦੇ ਰਹੇ ਤੇਰੀ ਸਾਰੀ ਜਨਮ ਸਾਰੀ ਉਮਰ, ਉਹਨਾਂ ਨਾਲ ਤੂੰ ਇਹ ਧਨ ਕਰਕੇ ਵੈਰ ਨਾ ਕਮਾ। ਗੁਰੂ ਰਾਮਦਾਸ ਜੀ ਦਾ ਬਚਨ ਹੈ, ਕਾਹੇ ਪੂਤ ਝਗੜਤ ਹਉ ਸੰਗ ਬਾਪ। ਕਿਉਂ ਝਗੜਦਾ ਪਿਤਾ ਦੇ ਨਾਲ? ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਉ ਝਗੜਤ ਪਾਪ। ਜਿਨੇ ਤੈਨੂੰ ਜਨਮ ਦਿੱਤਾ ਉਹਦੇ ਨਾਲ ਝਗੜਨਾ ਮਹਾਪਾਪ ਹੈ। ਜਿਸ ਧਨ ਕਾ ਤੁਮ ਗਰਭ ਕਰਤ ਹੋ, ਤੂੰ ਜਿਸ ਧਨ ਦਾ ਅਹੰਕਾਰ ਕਰਦਾ ਨਾ ਕਿ ਮੇਰੇ ਕੋਲ ਧਨ ਹੈ, ਸੋ ਧਨ ਕਿਸੈ ਨਾ ਆਪ। ਇਹ ਧਨ ਕਿਸੇ ਦਾ ਪੱਕਾ ਨਹੀਂ ਹੈ। माया ऐसी चीज है, माटी को पुत्रा ऐसे नचत है। देखै सुनै बोलै, दौड़ियो फिरत है। जब कछ पावत तब गर्भ करत है। माया गई तो रोवन लगत है। ये माया रहन वाली नहीं सदा, इन्हें क्योंकि सब तो वड्डी माया शरीर है।
ਇਸ ਸਰੀਰ ਨੇ ਹੀ ਸਾਥ ਛੋੜ ਦੇਣਾ। ਜਿਸ ਸਰੀਰ ਨੂੰ ਇੱਕ ਮਨੁੱਖ, ਇੱਕ ਇਨਸਾਨ ਅਸੀਂ ਆਪਣਾ ਆਪਣਾ ਮੇਰਾ ਮੇਰਾ ਕਹਿੰਦੇ ਆ, ਮਹਾਰਾਜ ਕਹਿੰਦੇ ਇਹ ਵੀ ਮੇਰਾ ਨਹੀਂ ਹੈ, ਸੱਚੀ ਮੁੱਚੀ ਇਹ ਵੀ ਸਾਡਾ ਨਹੀਂ ਹੈ, ਇਹ ਵੀ ਉਸ ਖਸਮ ਦੇ ਹੀ ਹੁਕਮ ਦਾ ਬਜਿਆ ਹੋਇਆ। ਉਹਦਾ ਹੁਕਮ ਆਇਆ ਤੇ ਇਹਨੇ ਜਿਹਾ ਚਿਰੀ ਲਿਖਿਆ, ਤੇਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ, ਸਦੇ ਉੱਠੀ ਜਾਏ। ਇਹਨੇ ਫਿਰ ਚਲੇ ਹੀ ਜਾਣਾ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਜਿਸ ਧਨ ਦਾ ਤੂੰ ਸਾਰੀ ਜ਼ਿੰਦਗੀ ਗਰਵ ਕਰਦਾ, ਗਰਵ ਨਾ ਕਰ, ਅਹੰਕਾਰ ਨਾ ਕਰਕੇ ਮੇਰੇ ਕੋਲ ਵੱਧ ਹੈ। ਸਤਿਗੁਰੂ ਜੀ ਕਹਿੰਦੇ ਹੈ ਤੂੰ ਇਹ ਨਾ ਦੇਖ ਕੇ ਉਹਦੇ ਕੋਲ ਵੱਧ ਹੈ ਮੇਰੇ ਕੋਲ ਵੀ ਇੰਨਾ ਹੋਏ, ਤੂੰ ਆਪਣੇ ਤੋਂ ਥੱਲੇ ਵੇਖ, ਕਿ ਜੇ ਥੱਲੇ ਵੇਖੇਂਗਾ ਜਿਨ੍ਹਾਂ ਕੋਲ ਘੱਟ ਹੈ, ਫਿਰ ਤੂੰ ਆਪਣੇ ਧਨ ਨੂੰ ਵੇਖ ਕੇ ਸ਼ੁਕਰਾਨਾ ਕਰੇਗਾ ਕਿ ਸਤਿਗੁਰੂ ਨੇ ਕਿਰਪਾ ਕੀਤੀ, ਮੈਨੂੰ ਇੰਨਾ ਦਿੱਤਾ। ਸੋ ਸਾਹਿਬ ਜੀ ਕਹਿੰਦੇ ਇਸ ਧਨ ਦਾ ਗਰਵ ਨਾ ਕਰ, ਇਸ ਧਨ ਨਾਲ ਮੋਹ ਨਾ ਪਾ, ਕਿਉਂਕਿ ਇਹ ਧਨ ਸੰਗ ਜਾਣ ਵਾਲਾ ਨਹੀਂ ਹੈ। ਸੰਗ ਨਾ ਚਾਲਸ ਤੇਰਾ ਧਨਾ। ਸੱਚੀ ਮੁੱਚੀ ਅਸੀਂ ਜੇ ਬੈਠੇ ਆਪਣੇ ਘਰਾਂ 'ਚ, ਬਿਲਕੁਲ ਜੇ ਸੋਚੀਏ, ਅੱਜ ਅਸੀਂ ਘਰ ਦੇ ਵਿੱਚ ਬੈਠੇ ਹਾਂ, ਇਹ ਜ਼ਮੀਨ ਸਾਡੀ, ਇਹ ਘਰ ਸਾਡਾ, ਜਾਇਦਾਦ ਸਾਡੀ, ਤਜੋਰੀਆਂ ਵਿੱਚ ਪਏ ਪੈਸੇ, ਬੈਂਕ ਬੈਲੈਂਸ ਸਾਡੇ, ਗੱਡੀਆਂ ਕਾਰਾਂ ਸਾਡੀਆਂ। ਇੱਕ ਖਿੰਦ ਦੇ ਵਿੱਚ ਜੇ ਮਨ 'ਚ ਫੁਰਨਾ ਲਾਈਏ, ਜੇ ਸਾਡਾ ਸਰੀਰ ਲਾਸ਼ ਬਣ ਕੇ ਸਾਡੇ ਘਰ ਦੇ ਵਿੱਚ ਪਿਆ ਹੋਇਆ, ਉਸ ਵੇਲੇ ਸੋਚੀਏ ਕਿ ਆਲੇ ਦੁਆਲੇ ਸਾਰੇ ਪਰਿਵਾਰ ਵਾਲੇ ਬੈਠੇ ਹੈ। ਫਿਰ ਗੁਰੂ ਅਰਜਨ ਸਾਹਿਬ, ਦੇਖੋ ਇਸ ਗੱਲ ਨੂੰ ਸੁਣਨ ਵਾਸਤੇ ਤੇ ਬੜੀ ਹਿੰਮਤ ਚਾਹੀਦੀ, ਪਰ ਗੁਰੂ ਅਰਜਨ ਸਾਹਿਬ ਜੀ ਇਸ ਸੱਚ ਨੂੰ ਸਾਨੂੰ ਅੱਜ ਰੂਬਰੂ ਕਰਾ ਰਿਹਾ। ਭਾਈ ਇਹ ਸੱਚ ਸੋਚ ਕਿ ਮਰਨਾ ਹੈ, ਸਭ ਨੇ ਮਰਨਾ ਹੈ। ਉਸ ਵੇਲੇ ਫਿਰ ਕਿਹੜਾ ਧਨ, ਤੇ ਫਿਰ ਉਸ ਵੇਲੇ ਤੇ ਮਹਾਰਾਜ ਜੀ ਕਹਿੰਦੇ ਕਾਡੋ ਕਾਡੋ ਹੋਈ। ਫਿਰ ਉਸ ਵੇਲੇ ਤੇ ਕਹਿੰਦੇ ਲੈ ਜਾਓ ਮੈਨੂੰ, ਛੇਤੀ ਲੈ ਜਾਓ, ਹੁਣ ਦੇਰੀ ਨਾ ਕਰੋ। ਉਸ ਵੇਲੇ ਕੀ ਹੈ? ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਸ ਕਰਕੇ ਇਹ ਸਾਰੀ ਜ਼ਿੰਦਗੀ ਦਾ ਮੋਹ ਫਰੇਬੀ ਹੈ, ਝੂਠਾ ਹੈ, ਕਾਡੋ ਕਾਡੋ ਹੋਈ ਹੋਣਾ, ਕੱਖ ਵੀ ਨਾਲ ਨਹੀਂ ਜਾਣਾ। ਫਿਰ ਸਤਿਗੁਰੂ ਜੀ ਕਹਿੰਦੇ ਫਿਰ ਕੱਖ ਵੀ ਨਾਲ ਨਹੀਂ ਹੈ, ਬਸ ਪਿੱਛੋਂ ਕਲੇਸ਼ ਹੀ ਰਹਿ ਜਾਣੇ ਆ। ਜਿਹਦਾ ਗੁਮਾਨ ਕੀਤਾ, ਜਿਹਦਾ ਗਰਵ ਕੀਤਾ, ਉਹਨੇ ਹੀ ਫਿਰ ਪੁੱਤਰਾਂ ਦੇ ਵਿੱਚ ਵੰਡ ਪਾ ਦੇਣੀ, ਉਹਨੇ ਹੀ ਫਿਰ ਸਾਰੇ ਸਾਕ ਸੰਬੰਧੀਆਂ ਦੇ ਵਿੱਚ ਕਲੇਸ਼ ਪਾ ਦੇਣੇ। ਸਤਿਗੁਰੂ ਜੀ ਕਹਿੰਦੇ ਬੜੀ ਸਿਆਣਪ ਚਾਹੀਦੀ ਇਸ ਧਨ ਤੇ ਮਾਇਆ ਨੂੰ ਨਜਿੱਠਣ ਵਾਸਤੇ, ਬਹੁਤ ਧੁਰ ਦੀ ਸਿਆਣਪ, ਗੁਰੂ ਵੱਲੋਂ ਬਖਸ਼ੀ ਹੋਈ ਸਿਆਣਪ ਜੇ ਮਿਲੇ ਤਾਂ ਇਹਦੇ ਪ੍ਰਭਾਵ ਤੋਂ ਬਚਿਆ ਜਾਂਦਾ ਹੈ, ਨਹੀਂ ਤੇ ਇਹ ਮਾਇਆ ਕਲੇਸ਼ ਕਰਕੇ ਛੱਡਦੀ ਹੈ। ਇਹਨੂੰ ਤਾਈਓ ਕਬੀਰ ਸਾਹਿਬ ਜੀ ਨੇ ਕਿਹਾ, ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਣੀ, ਆਸ-ਪਾਸ ਪੰਚ ਜੋਗੀਆ ਬੈਠੇ, बीच ਨਕਟ ਦੇ ਰਾਣੀ, ਨੱਕ ਵੱਡੀ ਬੈਠੀ ਹੈ, ਨਕਟੀ ਕੋ ਠਨਗਨ ਬਾਡਾ ਡੂ। ਕਹਿੰਦੇ ਇਹਦੀ ਜਦ ਘੰਟੀ ਵੱਜਦੀ ਹੈ ਨਾ ਘਰਾਂ ਦੇ ਵਿੱਚ, ਕਹਿੰਦੇ ਫਿਰ ਕਲੇਸ਼ ਸ਼ੁਰੂ ਹੋ ਜਾਂਦੇ ਆ। ਕਹਿੰਦੇ ਸਿਆਣਿਆਂ ਤੋਂ ਸਿਆਣਿਆਂ ਦੀ ਫਿਰ ਮੱਤ ਮਾਰੀ ਜਾਂਦੀ ਹੈ। ਜਦ ਇਹਦੀ ਟੱਲੀ ਵੱਜਣੀ ਸ਼ੁਰੂ ਹੁੰਦੀ ਹੈ, ਬੰਦੇ ਨੂੰ ਕੁਝ ਨਹੀਂ ਸੁਣਦਾ, ਕੁਝ ਨਹੀਂ ਦਿਸਦਾ, ਬਸ ਬੰਦਾ ਬੌਰਾ ਹੋ ਜਾਂਦਾ। ਤੇ ਸਿਆਣੇ ਤੋਂ ਸਿਆਣੇ ਗੁਆਂਢੀ ਬੰਦੇ ਵੀ, ਹੋਰ ਵੀ ਸਾਰੇ ਜਾਣਨ ਵਾਲੇ ਕਹਿੰਦੇ ਯਾਰ ਇਹ ਤੇ ਬੰਦਾ ਸਿਆਣਾ ਬੜਾ ਸੀ। ਇਹ ਹੋਇਆ ਕਿ ਤਾਈਓ ਮਹਾਰਾਜ ਇਹਨੂੰ ਮਾਇਆ ਦਾ ਪਰਦਾ ਕਹਿੰਦੇ ਆ, ਇਹਨੂੰ ਮਹਾਰਾਜ ਤਾਈਓ ਇਹਦਾ ਜਾਲ ਕਹਿੰਦੇ ਆ, ਮਾਇਆ ਜਾਲ, ਮਾਇਆਵੀ ਜਾਲ ਕਹਿੰਦੇ ਆ। ਕਿਉਂਕਿ ਜਿਸ ਵੇਲੇ ਇਹ ਪੈ ਜੇ ਤੇ ਫਿਰ ਮਤ ਕੱਖ ਨਹੀਂ ਰਹਿੰਦੀ। ਸਤਿਗੁਰੂ ਜੀ ਪਹਿਲਾਂ ਹੀ ਸੁਚੇਤ ਕਰਦੇ ਆ, ਸੰਗ ਨਾ ਚਾਲਸ ਤੇਰਾ ਧਨਾ, ਤੂੰ ਕਿਆ ਲਪਟਾਵੇ ਹੈ ਮੂਰਖ ਮਨਾ। ਮੂਰਖ ਨਾ ਬਣ, ਇਹ ਮਨ ਤੂੰ ਮੂਰਖ ਨਾ ਬਣ, ਸਿਆਣਾ ਹੋ ਕੇ ਸੋਚ, ਹੁਜਤ ਨਾ ਕਰ, ਤੂੰ ਸਹਿਜ ਦੇ ਵਿੱਚ ਸੋਚ। ਸੁਤ ਮੀਤ ਕੁਟੰਬ ਅਰ ਬਨੀਤਾ। ਸਤਿਗੁਰੂ ਜੀ ਨੇ 5 ਚੀਜ਼ਾਂ ਦਾ ਜ਼ਿਕਰ ਕਰ ਦਿੱਤਾ, ਸੁਤ ਔਲਾਦ, ਮੀਤ ਮਿੱਤਰ, ਕੁਟੰਬ ਰਿਸ਼ਤੇਦਾਰ, ਅਰ ਬਨਿਤਾ, ਬਨਿਤਾ ਸਪਾਊਸ ਕਹਿ ਲਈਏ, ਇਸਤਰੀ ਜਾਂ ਪੁਰਸ਼, ਵੈਸੇ ਬਣਦੀ ਹੈ ਇਸਤਰੀ। ਪਰ ਜੇ ਅਸੀਂ ਇਹ ਸਾਰੀ ਚੀਜ਼ਾਂ ਦੇਖੀਏ, ਇਹ 5 ਦੀਆਂ 5 ਚੀਜ਼ਾਂ, ਇਨ ਤੇ ਕਹੋ ਤੁਮ ਕਵਨ ਸਨਾਥਾ, ਕਿਹੜਾ ਨਾਲ ਜਾਣ ਵਾਲਾ ਹੈ, ਕਿਹੜਾ ਕਹੇਗਾ ਮੈਂ ਨਾਲ ਤੁਰ ਰਿਹਾ। ਸਤਿਗੁਰੂ ਜੀ ਕਹਿੰਦੇ ਹੈ ਇਹਨਾਂ ਵਿੱਚੋਂ ਕੋਈ ਨਾਲ, ਸਨਾਥਾ ਦਾ ਮਤਲਬ ਸਾਡਾ ਸਾਥ ਦੇਣ ਵਾਲਾ, ਭਾਵ ਕਿ ਸਾਡਾ ਖਸਮ ਵਾਲਾ, ਸਾਡਾ ਬਿਲਕੁਲ ਧੁਰ ਤੱਕ ਸਾਥ ਦੇਣ ਵਾਲਾ, ਕਿ ਆ ਮੈਂ ਤੈਨੂੰ ਲੈ ਕੇ ਜਾਵਾਂ, ਛੱਡ ਕੇ ਆਵਾਂ, ਨਹੀਂ। ਸਤਿਗੁਰੂ ਜੀ ਕਹਿੰਦੇ ਉਸ ਵੇਲੇ ਫਿਰ ਨਾਮ ਹੈ। ਜਹ ਪੈਂਡੇ ਮਹਾ ਅੰਧ ਗੁਬਾਰਾ, ਕਹਿੰਦੇ ਜਹਾਂ ਪੰਥ ਤੇਰਾ ਕੋਨਾ ਸਿੰਘਾਂ ਨੂੰ, ਤੇ ਫਿਰ ਉੱਥੇ ਨਾਮ ਹੀ ਪਛਾਣ ਬਣੇਗਾ। ਉੱਥੇ ਫਿਰ ਪ੍ਰਭੂ ਦਾ ਨਾਮ ਹੀ ਹੈ। ਜਿੱਥੇ ਅਵ ਘਟ ਗਲੀਆਂ ਭੀੜੀਆਂ, ਉਸ ਰਸਤੇ ਤੇ ਕਹਿੰਦੇ ਫਿਰ ਹੋਰ ਕੋਈ ਨਾਲ ਨਹੀਂ ਹੈ। ਆ ਜਿੰਨੇ ਵੀ ਨੇ, ਅੰਤੇ ਕੋ ਨਾ ਸਹਾਈ, ਨਾਲ ਜਾਣ ਵਾਲਾ ਕੋਈ ਨਹੀਂ ਹੈ ਜੀ। ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਮਨ ਛੁਟਕਾਰ। ਰਾਜ ਰੰਗ ਮਾਇਆ ਵਿਸਥਾਰ, ਵਿਸਥਾਰ ਮਤਲਬ ਦੌਲਤ ਦਾ ਹੋਰ ਖਲਾਰਾ, ਹੋਰ ਹੋਏ, ਹੋਰ ਹੋਏ। ਮਹਾਰਾਜ ਕਹਿੰਦੇ ਹੋਰ ਹੋਣ ਦੀ ਕੋਈ ਮਨਾਹੀ ਨਹੀਂ ਹੈ, ਵੱਧ ਤੋਂ ਵੱਧ ਹੋਏ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ,
ਵਿਚੈ ਹੋਵੈ ਮੁਕਤ, ਪਰ ਮੁਕਤੀ ਦਾ ਵੀ ਤੇ ਸੋਚੀਏ ਨਾ। ਇਸ ਤੋਂ ਨਿਰਲੇਪ ਹੋਣ ਦੀ ਅਵਸਥਾ ਦਾ ਵੀ ਸਤਿਗੁਰ ਜੀ ਤੋਂ ਅਰਦਾਸ ਰੂਪੀ ਖਜ਼ਾਨਾ ਜਾਂ ਇਹ ਦਾਨ ਮੰਗੀਏ। ਪਰ ਜਿੰਨਾ ਵਿਸਥਾਰ ਹੋਈ ਜਾ ਰਿਹਾ, ਇੰਤੇ ਕਹੋ ਕਵਨ ਛੁਟਕਾਰ। ਮਹਾਰਾਜ ਜੀ ਕਹਿੰਦਾ ਇਸ ਵਿਸਥਾਰ ਤੋਂ ਕੋਈ ਨਹੀਂ ਬਚ ਸਕਦਾ। ਕੌਣ ਛੁੱਟ ਸਕਦਾ? ਕੋਈ ਵਿਰਲਾ ਹੀ ਮਾਇਆ ਦੇ ਵਿੱਚ ਉਦਾਸ ਹੁੰਦਾ, ਨਹੀਂ ਤੇ ਜਿੰਨਾ ਵਿਸਥਾਰ ਹੁੰਦਾ ਜਾਂਦਾ ਹੈ, ਬੰਦਾ ਸੱਚੀ ਮੁੱਚੀ ਉਨੀ ਜ਼ਿਆਦਾ ਚਿੰਤਾ ਦੇ ਵਿੱਚ, ਉਨਾ ਜ਼ਿਆਦਾ ਕਲੇਸ਼ਾਂ ਦੇ ਵਿੱਚ, ਉਨੀਆਂ ਫਿਕਰਾਂ ਤੇ ਦੁੱਖ ਦੇ ਵਿੱਚ ਫਸਣਾ ਸ਼ੁਰੂ ਹੋ ਜਾਂਦਾ। ਬੰਦਾ ਕਦੀ ਨਿਰਲੇਪ ਨਹੀਂ ਹੁੰਦਾ। ਵੱਡੇ ਵੱਡੇ ਜੋ ਦੀਸੇ ਹੈ ਲੋਗ, ਤਿੰਨ ਕੋ ਵਿਆਪੇ ਚਿੰਤਾ ਰੋਗ। ਕੌਣ ਵੱਡਾ? ਕਿਹੜਾ ਵੱਡਾ ਹੈ? ਮਹਾਰਾਜ ਜੀ ਕਹਿੰਦੇ ਮਾਇਆ ਵਡਿਆਈ ਹੈ ਤੇ ਰਾਜ ਰੰਗ ਮਾਇਆ ਦਾ ਵਿਸਥਾਰ, ਇਹ ਬੰਦੇ ਨੂੰ ਵੱਡਾ ਬਣਾਉਣ ਵਾਲੀ ਹੈ। ਸਿਆਣੇ ਤੋਂ ਸਿਆਣਾ ਬੰਦਾ, ਗੁਣਵੰਤ ਤੋਂ ਗੁਣਵੰਤ ਬੰਦਾ, ਜੇ ਉਹਦੇ ਜੇਬ 'ਚ ਦਮੜੇ ਨਹੀਂ ਨਾ, ਜੇ ਉਹਦੇ ਕੋਲ ਪੈਸੇ ਨਹੀਂ, ਕੋਈ ਉਹਦੀ ਗੱਲ ਨਹੀਂ ਸੁਣਦਾ। ਮਹਾਮੂਰਖ ਬੰਦਾ, ਮਹਾਮੂਰਖ, ਉਹਦੇ ਕੋਲ 4 ਪੈਸੇ ਨੇ, ਉਹਦੇ ਕੋਲ ਧਨ ਦਾ ਗੁਬਾਰ ਹੈ। ਕਹਿੰਦੇ ਵੱਡੇ ਵੱਡੇ ਲੋਕ ਵੀ ਆ ਕੇ ਉਸ ਮੂਰਖ ਦੀ ਗੱਲ ਨੂੰ ਕਹਿੰਦੇ ਵਾਹ ਵਾਹ ਬਾਊ ਜੀ ਕਿਆ ਬਾਤ ਕੀ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਕੌਣ ਵੱਡਾ? ਮਾਇਆ ਵਡਿਆਈ। ਇਹ ਵਡਿਆਈ ਤੇ ਮਾਇਆ ਦੇਣ ਵਾਲੀ ਹੈ। ਪਰ ਯਾਦ ਰੱਖਿਓ, ਜੇ ਇਸ ਮਾਇਆ ਨੇ ਜਿਸ ਦਿਨ ਵਡਿਆਈ ਦਿੱਤੀ ਹੈ, ਉਹ ਦਿਨ ਵੀ ਦੂਰ ਨਹੀਂ ਹੈ। ਜੇ ਗੁਰੂ ਭੁੱਲ ਗਿਆ, ਜੇ ਇਹ ਪ੍ਰਭੂ ਵਿਸਰ ਗਿਆ, ਜੇ ਇਹ ਮੂਰਖਤਾ ਹੀ ਮਨ ਤੇ ਛਾ ਗਈ, ਜੇ ਇਹ ਵਿਵੇਕ ਬੁੱਧ ਖਤਮ ਹੋ ਗਈ, ਫਿਰ ਇसी ਮਾਇਆ ਨੇ ਨੱਕ ਵੱਢ ਕੇ ਰੱਖ ਦੇਣਾ, ਇसी ਮਾਇਆ ਨੇ ਡੋਬ ਕੇ ਰੱਖ ਦੇਣਾ, ਇसी ਮਾਇਆ ਨੇ ਕਲੇਸ਼ ਕਰਵਾ ਦੇਣਾ। ਬੰਦਾ ਫਿਰ ਲੁਕਾਉਂਦਾ ਫਿਰਦਾ, ਬੰਦਾ ਫਿਰ ਕਹਿੰਦਾ ਫਿਰਦਾ ਭਾਈ ਪਰਦਾ ਕੱਜ ਲਓ ਮੇਰਾ ਬਸ। ਇਹ ਸਤਿਗੁਰ ਜੀ ਕਹਿੰਦੇ ਇੰਤੇ ਕਹੋ ਕਵਨ ਛੁਟਕਾਰ। ਕਿਹੜਾ ਛੁੱਟਿਆ, ਕਿਹੜਾ ਬਚਿਆ? ਕੋਈ ਵੀ ਬਚਣ ਵਾਲਾ ਨਹੀਂ। ਭਾਵ ਮਾਇਆ ਤੋਂ ਕੋਈ ਵੀ ਖਲਾਸ ਨਹੀਂ ਹੋ ਚੁੱਕਿਆ। ਬੰਦਾ ਇਹੀ ਕਹਿੰਦਾ ਨਾ, ਚੱਲ ਮੈਨੂੰ ਇਹ ਮਿਲ ਜਾਏ ਤੇ ਮੈਂ ਬਸ ਰੱਜ ਜਾਵਾਂਗਾ, ਬਸ ਇੰਨਾ ਹੋ ਜਾਏ ਤੇ ਬਸ ਇਸ ਤੋਂ ਬਾਅਦ ਮੈਂ ਨਾਮ ਬੰਦਗੀ ਬਾਣੀ। ਮਹਾਰਾਜ ਕਹਿੰਦੇ ਇਸ ਭੁਲੇਖੇ ਤੋਂ ਬਾਹਰ ਆਓ। ਕਦੀ ਵੀ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਦੇ ਨਾਲ ਨਾਮ ਜਾਂ ਬੰਦਗੀ ਨਹੀਂ ਸ਼ੁਰੂ ਹੋ ਸਕਦੀ। ਜੇ ਗੁਰੂ ਨੂੰ ਅਰਦਾਸ ਕਰੋ, ਜੇ ਪ੍ਰਭੂ ਅੱਗੇ ਜੋਦੜੀ ਕਰੋ, ਤਾਂ ਇਹ ਬੰਦਗੀ ਇਬਾਦਤ ਦੀ ਗੱਲ ਮਿਲਦੀ ਹੈ। ਤੇ ਸਤਿਗੁਰ ਜੀ ਕਹਿੰਦੇ ਹੈ, ਅਸ ਹਸਤੀ ਰਥ ਸਵਾਰੀ, ਝੂਠਾ ਡੰਫ ਝੂਠ ਪਾਸਾਰੀ। ਅਸ ਅਸ਼ਵ ਜਿਹਨੂੰ ਕਹਿੰਦੇ ਹੈ, ਹਸਤੀ, ਅਸ਼ਵ ਹੋ ਗਏ ਘੋੜੇ, ਹਸਤੀ ਹੋ ਗਏ ਹਾਥੀ, ਰਥ ਅਸਵਾਰੀ, ਰੱਥਾਂ ਦੀਆਂ ਸਵਾਰੀਆਂ, ਅੱਜ ਦੀਆਂ ਕਾਰਾਂ ਗੱਡੀਆਂ। ਭਾਵੇਂ ਸ਼ਬਦਾਵਲੀ ਤੇ ਅਸੀਂ ਪੁਰਾਤਨ ਹੀ ਵਰਤਾਂਗੇ, ਪਰ ਅੱਜ ਦੀਆਂ ਅਸੀਂ ਸਵਾਰੀਆਂ ਕਹਿ ਲਈਏ, ਸਾਡੀ ਗੱਡੀ ਕਾਰੀਆਂ ਵੱਧ ਤੋਂ ਵੱਧ ਹੋ ਜਾਏ। ਮਹਾਰਾਜ ਜੀ ਕਹਿੰਦੇ ਆ ਇਹ ਜਿੰਨੀਆਂ ਮਰਜ਼ੀਆਂ ਹੋ ਜਾਣ, ਪਰ ਅਸਲ ਦੇ ਵਿੱਚ ਹੈ ਤੇ ਇਹ ਖਲਾਰਾ ਹੀ, ਦਿਖਾਣਾ ਹੀ ਹੈ, ਦਿਖਾਵਾ ਹੀ ਹੈ। ਕਹਿੰਦੇ ਦਿਖਾਵੇ ਤੋਂ ਜ਼ਿਆਦਾ ਹੋਰ ਕੁਝ ਨਹੀਂ ਹੈ। ਗੱਡੀਆਂ, ਇਹ ਸਵਾਰੀਆਂ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਦਿਖਾਵੇ ਵਾਸਤੇ ਜ਼ਿਆਦਾ ਵਰਤੀਆਂ ਜਾਂਦੀਆਂ ਨੇ। ਲੋੜ ਘੱਟ ਹੈ ਤੇ ਦਿਖਾਵਾ ਜ਼ਿਆਦਾ ਹੈ। ਅਸ ਹਸਤੀ ਰਥ ਅਸਵਾਰੀ, ਝੂਠਾ ਡੰਫ, ਡੰਫ ਕਹਿੰਦੇ ਡਫਲੀ ਆ, ਪਸਾਰਾ ਦਿਖਾਉਣਾ, ਇਹ ਦਿਖਾਵਾ ਬਹੁਤ ਜ਼ਿਆਦਾ ਦਿਖਾਵਾ, ਕੂੜ ਦਿਖਾਵਾ। ਝੂਠ ਪਾਸਾਰੀ, ਇਹ ਝੂਠ ਹੀ ਖਿਲਾਰਨ ਵਾਲੀ, ਇਹ ਸੱਚ ਨਹੀਂ ਹੈ, ਇਹਦੇ ਵਿੱਚ ਸਬਰ ਨਹੀਂ ਹੈ, ਸੰਤੋਖ ਨਹੀਂ ਹੈ। ਜਿਨ ਦੀਏ ਤਿਸ ਬੁਝੈ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ। ਜੇ ਦਿਖਾਵੇ ਵਾਸਤੇ ਗੱਡੀ ਲਈ ਹੋਏਗੀ ਨਾ, ਆ ਸਵਾਰੀਆਂ ਲਈਆਂ ਹੋਣੀਆਂ, ਬੰਦਾ ਗੱਡੀ ਦੀ ਸੀਟ 'ਚ ਬੈਠ ਕੇ ਆਫਰਿਆ ਫਿਲੇਗਾ, ਆਹ ਵੀ ਦੇਖੇ ਮੈਨੂੰ, ਆਹ ਵੀ ਵੇਖੇ। ਜੇ ਉਹ ਸਵਾਰੀ ਲੈ ਕੇ ਗੁਰੂ ਦਾ ਸ਼ੁਕਰਾਨਾ ਕੀਤਾ ਹੋਏਗਾ, ਫਿਰ ਯਾਦ ਰੱਖਿਓ ਉਸ ਗੱਡੀ ਦੀ ਸੀਟ ਤੇ ਬੈਠਦਿਆਂ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਨਿਕਲੇਗਾ। ਫਿਰ ਉਸ ਗੱਡੀ ਦੀ ਸਵਾਰੀ ਕੀਤਿਆਂ ਵੀ, ਗੱਡੀ ਚਲਾਇਆ, ਗੱਡੀਆਂ ਬੈਠਿਆਂ ਵੀ ਰੱਬ ਹੀ ਚੇਤੇ ਆਏਗਾ। ਮਨ ਜਿੰਨਾ ਮਰਜ਼ੀ ਕਲੇਸ਼ ਦੇ ਵਿੱਚ ਹੋਏ, ਜਦ ਉਸ ਸੀਟ ਤੇ, ਉਸ ਥਾਂ ਤੇ ਬੈਠੇਗਾ ਤੇ ਸਹਿਜ ਸੁਭਾਏ ਉਸ ਪ੍ਰਭੂ ਦੀ ਯਾਦ ਆਏਗੀ, ਕਿਉਂਕਿ ਉਹ ਪ੍ਰਭੂ ਦੇ ਪਿਆਰ ਦੇ ਵਿੱਚ ਲਈ ਹੈ। ਤਿਨਕੇ ਤੁਰੇ ਜ਼ੀਨ ਖੁਰਗੀਨ ਸਭ ਪਵਿੱਤ ਹੈ। ਤੁਰੇ ਜ਼ੀਨ ਖੁਰਗੀਨ ਦਾ ਮਤਲਬ ਉਸ ਵੇਲੇ ਦੇ ਘੋੜੇ, ਹਾਥੀ ਤੇ ਰਥ ਸਵਾਰੀਆਂ, ਅੱਜ ਦੀਆਂ ਗੱਡੀਆਂ ਕਾਰਾਂ। ਤਿਨਕੇ ਤੁਰੇ ਜ਼ੀਨ ਖੁਰਗੀਨ, ਮਹਾਰਾਜ ਕਹਿੰਦੇ ਮਹਿੰਗੀ ਤੋਂ ਮਹਿੰਗੀ ਹੋਏ ਉਹ ਵੀ ਪਵਿੱਤਰ ਹੈ। ਤਾਂ ਪਵਿੱਤਰ ਹੈ ਜੋ ਗੁਰਸਿੱਖ ਸਿੱਖ ਅਭਿਆਗਤ ਚੜ ਜਾਏ, ਚੜ ਜਾਤੇ, ਗੁਰਸਿੱਖ ਸੇਵਕ ਸਿੱਖ ਅਭਿਆਗਤ ਚੜ ਜਾਤੇ, ਜਿਨ੍ਹਾਂ ਦੇ ਉੱਤੇ ਬੰਦਗੀ ਕਰਨ ਵਾਲੇ ਬਹਿ ਜਾਂਦੇ ਨੇ ਨਾ, ਕਿ ਜਿੱਥੇ ਪ੍ਰਭੂ ਚੇਤਾ ਆਉਂਦਾ ਜਿਨ੍ਹਾਂ ਸਵਾਰੀਆਂ 'ਚ, ਫਿਰ ਸਤਿਗੁਰੂ ਜੀ ਕਹਿੰਦੇ ਉਹ ਵੀ ਧਨ ਹੋ ਜਾਂਦੀਆਂ। ਪਰ ਜਿਹੜਾ ਸਿਰਫ ਔਰ ਸਿਰਫ ਝੂਠਾ ਪਸਾਰਾ, ਝੂਠਾ ਦਿਖਾਵਾ ਇਹਦੇ ਵਾਸਤੇ ਲਿਆ ਹੁੰਦਾ, ਮਹਾਰਾਜ ਜੀ ਕਹਿੰਦੇ ਸਿਰਫ ਔਰ ਸਿਰਫ ਉਹ ਹਉਮੈ ਹੀ ਵਧਾਉਂਦੀਆਂ ਨੇ ਜੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਇਸ ਬਾਣੀ ਦੇ ਇਸ ਪਦੇ ਦੇ ਬੇਅੰਤ ਉਦਾਹਰਣ ਹੋਰ ਦਿੱਤੇ ਜਾ ਸਕਦੇ ਆ। ਥੋੜਾ ਜਿਹਾ ਇਹ ਗੱਲ ਭਾਵੇਂ ਸਪਸ਼ਟ ਨਾ ਲੱਗੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਇੱਕ ਬੜਾ ਸੋਹਣਾ ਬਚਨ ਹੈ,
ਮਹਾਰਾਜ ਜੀ ਕਹਿੰਦੇ ਹੈ, ਉਦਮ ਕਰੇਂਦਿਆਂ ਜਿਉ ਤੂੰ, ਕਮਾਵੰਦਿਆਂ ਸੁਖ ਪੁੰਚ। ਇੱਥੇ ਮਨ ਦੇ ਵਿੱਚ ਇਹ ਨਾ ਸ਼ੰਕਾ ਪੈ ਜਾਏ ਕਿ ਡਾਕਟਰ ਸਾਹਿਬ ਇਹ ਕਿਹੜੀਆਂ ਗੱਲਾਂ ਭਾਈ ਸਾਹਿਬ ਕਰਨ ਲੱਗ ਗਏ ਕਿ ਗੱਡੀਆਂ ਕਾਰਾਂ ਸਵਾਰੀਆਂ ਸਭ ਕੁਝ ਗਲਤ ਹੈ। ਨਹੀਂ, ਮਹਾਰਾਜ ਜੀ ਕਹਿੰਦੇ ਇਸ ਗੱਲ ਨੂੰ ਸਮਝਿਓ, ਗਲਤ ਨਹੀਂ ਹੈ, ਪਰ ਭਾਵਨਾ ਕਿੱਥੇ ਗਲਤ ਨਾ ਹੋ ਜੇ, ਕਿੱਥੇ ਉਹ ਹਉਮੈ ਦਾ ਖਲਾਰਾ ਜਾਂ ਪਸਾਰਾ ਨਾ ਹੋ ਜੇ। ਉਦਮ ਕਰੇਂਦਿਆਂ ਜਿਉ ਤੂੰ, ਕਮਾਵੰਦਿਆਂ ਸੁਖ ਪੁੰਚ। ਕਹਿੰਦੇ ਉਦਮ ਕਰ ਤੂੰ, ਕਮਾ ਤੂੰ ਚੰਗੇ ਤੋਂ ਚੰਗਾ, ਪਰ ਪ੍ਰਭੂ ਦੀ ਬੰਦਗੀ ਵਾਲਾ ਸੁਕ੍ਰਿਤ ਕਰਕੇ। ਉਦਮ ਕਰੇਂਦਿਆਂ ਜਿਉ ਤੂੰ, ਕਮਾਵੰਦਿਆਂ ਸੁਖ ਪੁੰਚ। ਧਿਆਨ ਦਿਆਂ ਤੂੰ ਪ੍ਰਭੂ ਮਿਲ। ਤੂੰ ਦੇਖੀ ਪ੍ਰਭੂ ਦਾ ਨਾਮ ਨਾ ਕਿੱਥੇ ਵਿਸਰ ਜਾਏ। ਜੇ ਉਦਮ ਕਰ ਰਿਹਾ, ਜੇ ਕਮਾ ਰਿਹਾ, ਜੇ ਖੱਟ ਵੀ ਰਿਹਾ, ਪਰ ਧਿਆਉਂਦਿਆਂ ਤੂੰ ਪ੍ਰਭੂ ਮਿਲ। ਜੇ ਤੂੰ ਪ੍ਰਭੂ ਨੂੰ ਪ੍ਰਾਪਤੀ ਦੇ ਸਾਧਨ ਲਈ ਵੀ ਤੁਰੇਗਾ, ਸਤਿਗੁਰੂ ਜੀ ਕਹਿੰਦੇ ਫਿਰ ਨਾਨਕ ਉਤਰੀ ਚਿੰਤ, ਫਿਰ ਤੇਰੇ ਮਨ ਦੇ ਅੰਦਰੋਂ ਇਹ ਚਿੰਤਾ, ਇਹ ਗੁਬਾਰ, ਇਹ ਸਭ ਕੁਝ ਉਤਰ ਜਾਏਗਾ। ਸਤਿਗੁਰੂ ਜੀ ਇਹੀ ਕਹਿੰਦੇ, ਇਹ ਜਿਹੜੀਆਂ ਸਵਾਰੀਆਂ, ਇਹ ਰਿਸ਼ਤੇਦਾਰ, ਇਹ ਪੁੱਤਰ, ਕੁਟੰਬ, ਮਿੱਤਰ, ਭਾਈ, ਬੰਤਾ, ਇਹ ਸਾਰਾ ਧਨ ਦਾ ਪਸਾਰਾ, ਅੰਤ ਦੇ ਵਿੱਚ ਗੁਰੂ ਸਾਹਿਬ ਇਹੀ ਨਿਚੋੜ ਦਿੰਦੇ ਹੈ, ਜਿਨ ਦੀਏ ਤਿਸ ਬੁਝੈ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ। ਇਹ ਪਸਾਰਾ, ਇਹ ਰਿਸ਼ਤੇਦਾਰੀ, ਇਹ ਪੁੱਤਰ, ਕੁਟੰਬ, ਮਿੱਤ, ਇਹ ਕੁਝ ਖਰਾਬ ਨਹੀਂ, ਕੁਝ ਬੁਰਾ ਨਹੀਂ, ਗ੍ਰਸਤ ਹੈ। ਇਹ ਸਵਾਰੀਆਂ, ਇਹ ਰਾਜ ਰੰਗ ਮਾਇਆ ਵਿਸਥਾਰ, ਇਹ ਕੁਝ ਬੁਰਾ ਨਹੀਂ। ਪਰ ਸਤਿਗੁਰੂ ਜੀ ਕਹਿੰਦੇ ਜੇ ਨਾਮ ਵਿਸਰ ਜਾਏ ਫਿਰ ਬੁਰਾ ਹੈ। ਜਿਨਨੇ ਦਿੱਤਾ ਹੈ ਉਹ ਵਿਸਰ ਗਿਆ। ਇਹਨੂੰ ਹੀ ਕਿਹਾ ਸਤਿਗੁਰੂ ਜੀ ਨੇ, ਜਿਨ ਦੀਏ ਤਿਸ ਬੁਝੈ ਨਾ ਬਿਗਾਨਾ। ਜਿਹਨੇ ਸਭ ਕੁਝ ਦਿੱਤਾ ਉਹ ਤੇ ਵਿਸਰ ਗਿਆ। ਜਿੱਥੋਂ ਮੰਗਿਆ, ਤਰਲੇ ਲੈ ਲੈ ਕੇ ਦਾਤ ਲਈ, ਤੇ ਚੁਰਾਏ 'ਚ ਜਾ ਕੇ ਕਿਹਾ ਕਿ ਲੈ ਇਹ ਤੇ ਮੇਰੀ ਮਿਹਨਤ ਦਾ ਸਿਦਕ ਹੈ, ਸਬਕ ਹੈ, ਇਹ ਤੇ ਮੇਰੀ ਮਿਹਨਤ ਦਾ ਸਿੱਟਾ ਹੈ, ਇਹ ਮੈਂ ਕਮਾਇਆ। ਮਹਾਰਾਜ ਜੀ ਕਹਿੰਦੇ ਫਿਰ ਉੱਥੇ ਸਭ ਕੁਝ ਗਰਕ ਹੋ ਗਿਆ, ਕਿ ਦੇਣ ਵਾਲਾ ਤੇ ਉਹ ਖਸਮ ਸੀ ਨਾ। ਜਿਨ ਦੀਏ ਤਿਸ ਬੁਝੈ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ। ਕਹਿੰਦੇ ਫਿਰ ਉਹ ਚੀਜ਼ ਜਿਹੜੀ ਸਾਨੂੰ ਲੱਗਦੀ ਹੈ ਨਾ ਕਿ ਸਾਡੇ ਲਈ ਸੁੱਖ ਦੇਗੀ, ਉਹ ਫਿਰ ਖਿੰਨ ਨਹੀਂ ਲੱਗਦਾ, ਦੁੱਖਾਂ ਦਾ ਕਾਰਨ ਬਣ ਜਾਂਦੀ ਹੈ। ਜੀ ਗੁਰ ਕੀ ਮਤਿ ਤੂੰ ਲੇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਇਸ ਅਸ਼ਟਪਦੀ ਦੇ 6ਵੇਂ ਪਦੇ 'ਚ ਕਹਿੰਦੇ ਹੈ, ਤੂੰ ਗੁਰੂ ਦੀ ਮੱਤ ਲੈ। ਜੇ ਮੱਤ ਆਪਣੀ ਮੱਤ ਲੈ ਕੇ ਤੁਰੇਗਾ ਤੇ ਇਹ ਮੱਤ ਡੋਬਣ ਵਾਲੀ ਹੈ। ਗੁਰ ਕੀ ਮਤਿ ਤੂੰ ਲੇਹ ਆਨੇ, ਆਣੇ ਮਨੁੱਖ, ਤੂੰ ਗੁਰੂ ਦੀ ਸਮਝ ਸੂਝ ਲੈ। ਭਗਤ ਬਿਨਾ ਬਹੁ ਡੁੱਬੇ ਸਿਆਣੇ, ਭਗਤ ਦੇ ਤੱਤੇ ਨੂੰ ਸਿਹਾਰੀ ਹੈ। ਉਚਾਰਨ ਭਗਤ ਹੀ ਹੋਏਗਾ, ਪਰ ਅਰਥ ਹੈ ਭਗਤੀ। ਭਗਤੀ ਤੋਂ ਬਿਨਾ ਸਿਆਣੇ ਤੋਂ ਸਿਆਣੇ ਬੰਦੇ, ਇੱਥੇ ਕਹਿਣ ਕਹਾਉਣ ਵਾਲੇ ਧਨਾੜ ਦੇ ਧਨਾੜ ਆਪਣੇ ਆਪ ਨੂੰ ਬਹੁਤ ਦਾਨਸ਼ਮੰਦ ਕਹਿੰਦੇ ਹੈ। ਕਹਿੰਦੇ ਸਾਰੇ ਡੁੱਬ ਗਏ, ਇਸ ਮਾਇਆ ਦੇ ਮੋਹ ਨੇ ਡੋਬ ਕੇ ਰੱਖ ਦਿੱਤੇ ਜੀ। ਹਰ ਕੀ ਭਗਤ ਕਰਹੁ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਉਸ ਪ੍ਰਭੂ ਦੀ ਭਗਤੀ ਕਰੋ, ਮਨ ਮੀਤ, ਮਨ ਦੇ ਅੰਦਰ ਟਿਕ ਕੇ। ਇਹ ਮੇਰੇ ਮਿੱਤਰ, ਗੁਰੂ ਅਰਜਨ ਸਾਹਿਬ ਜੀ ਸਾਨੂੰ ਮਿੱਤਰ ਪਿਆਰੇ ਕਹਿ ਰਹੇ ਆ, ਪਿਆਰ ਦੇ ਵਿੱਚ ਕਹਿ ਰਹੇ ਆ ਕਿ ਮਨ ਮੀਤ, ਮਨ ਦੇ ਅੰਦਰ ਮੇਰੇ ਮਿੱਤਰ ਪ੍ਰਭੂ ਦੀ ਬੰਦਗੀ ਕਰੋ। ਨਿਰਮਲ ਹੋਏ ਤੁਮਾਰੋ, ਤੁਮਾਰੋ ਦੇ ਮਾਂ ਦੇ ਪੈਰ 'ਚ ਹਾਹਾ ਪਿਆ ਹੋਇਆ। ਧਿਆਨ ਨਾਲ ਦੇਖੋ, ਇਹਨੂੰ ਭਾਰੀ ਲਫ਼ਜ਼ ਪੜ੍ਹਨਾ ਹੈ, ਤੁਮਾਰੋ, ਕਿ ਇਹ ਤੇਰਾ, ਇਹ ਮਨੁੱਖ, ਇਹ ਮਿੱਤਰ, ਤੇਰਾ ਜਿਹੜਾ ਚੀਤ ਹੈ, ਜਿਹੜਾ ਮਾਇਆ ਦੀ ਮੈਲ ਦੇ ਵਿੱਚ ਗਰਕ ਹੋ ਚੁੱਕਾ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਾਹ, ਜਿਹੜਾ ਕਾਲਾ ਸ਼ਾਹ ਹੋ ਚੁੱਕਾ ਹੈ, ਉਹ ਇਸ ਨਾਮ ਦੇ ਵਿੱਚ ਮਨ ਜੋੜਿਆ ਨਿਰਮਲ ਹੋਏਗਾ ਜੀ। ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਹੇ। ਚਰਨ ਕਮਲ, ਪ੍ਰਭੂ ਦੇ ਸੋਹਣੇ ਚਰਨ ਕਮਲਾਂ ਦੇ ਵਿੱਚ ਆਪਣੇ ਮਨ ਨੂੰ ਟਿਕਾ ਕੇ ਰੱਖੋ। ਇਹ ਚਰਨ ਕਮਲ ਨੇ ਗੁਰ ਕੀ ਬਾਣੀ, ਗੁਰੂ ਦਾ ਸ਼ਬਦ, ਇਹ ਗੁਰਬਾਣੀ, ਇਹ ਸੁਦਾਖਰ, ਸ਼ੁਭ ਅੱਖਰ, ਇਹ ਖਸਮ ਕੀ ਬਾਣੀ, ਇਹ ਧੁਰ ਕੀ ਬਾਣੀ, ਇਹ ਅੰਮ੍ਰਿਤ ਬਾਣੀ। ਸਤਿਗੁਰੂ ਜੀ ਕਹਿੰਦੇ ਇਹਦੇ ਵਿੱਚ ਮਨ ਲਾ, ਇਹ ਸੁਖ ਦੇਣ ਵਾਲੀ ਹੈ। ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਏ। ਜਨਮ ਜਨਮਾਂਤਰਾਂ ਦੀ ਮੈਲ, ਪ੍ਰਭੂ ਦੀ ਸ਼ਬਦ ਵਾਲੀ ਬਿਰਤੀ, ਇਹਨੂੰ ਚਰਨ ਕਮਲ ਕਿਹਾ ਹੈ। ਇਹਦੇ ਵਿੱਚ ਮਨ ਜੋੜਨ ਨਾਲ ਦੂਰ ਹੋ ਜਾਂਦੀ ਹੈ ਜੀ। ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। ਪ੍ਰਭੂ ਦਾ ਨਾਮ ਭਗਤਾ ਤੂੰ ਆਪ ਵੀ ਜਪ ਤੇ ਹੋਰਾਂ ਨੂੰ ਜਪਣ ਲਈ ਵੀ ਪ੍ਰੇਰ। ਕਿਉਂ? ਦੁਨੀਆ ਸਾਰੀ ਦੁੱਖਾਂ 'ਚ ਸੜਦੀ ਫਿਰਦੀ ਹੈ, ਦੁਨੀਆ ਨੂੰ ਚਿੰਤਾ ਕਲੇਸ਼ ਬਹੁਤ ਕੁਝ ਚਿੰਬੜਿਆ ਹੋਇਆ ਹੈ। ਇਸ ਕਰਕੇ ਆਪ ਵੀ ਜਪ, ਜਿਹੜਾ ਦੁਖੀ ਹੈ, ਜਿਹੜਾ ਸੁਖੀ ਵੀ ਹੈ, ਉਹਨੂੰ ਵੀ ਕਹਿ ਕਿ ਪ੍ਰਭੂ ਦੀ ਬੰਦਗੀ ਕਰ। ਇਸ ਕਰਕੇ ਨਾਨਕ ਧੂਰ ਮੰਗੈ ਤਿਸ ਗੁਰਸਿੱਖ ਕੀ,
ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ ਆ, ਨਾਨਕ ਤਰੈ ਤਾਰੇ ਗੁਰਸਿੱਖ, ਪਹਿਲਾਂ ਆਪ ਜਪੋ ਫਿਰ ਦੂਸਰਿਆਂ ਨੂੰ ਵੀ ਜਪਾਉਣ ਦੀ ਪ੍ਰੇਰਣਾ ਕਰੋ। ਸੁਨਤ ਕਹਿਤ ਰਹਿਤ ਗਤ ਪਾਵੋ, ਸੁਣੋ ਕਹੋ ਰਹਿਤ ਰਹਿੰਦਿਆਂ, ਭਾਵ ਜ਼ਿੰਦਗੀ ਨੂੰ ਉੱਤਮ ਬਣਾਉਂਦਿਆਂ, ਜਿਹਨੂੰ ਕਿ ਰੰਗ ਲਾਗਤ 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 ਹੈ, ਕਿ ਜ਼ਿੰਦਗੀ ਬਤੀਤ ਕਰਦੇ ਆ। ਕਹਿੰਦੇ ਨਾ ਅਸੀਂ ਰਹਿ ਰਹੇ ਹਾਂ, ਕਿੱਥੇ ਰਹਿ ਰਹੇ ਹਾਂ, ਇਹਨੂੰ ਰਹਿਣਾ ਕਿਹਾ, ਕਿ ਅਸੀਂ ਦੁੱਖਾਂ 'ਚ ਨਾ ਰਹੀਏ, ਬਾਣੀ ਦੇ ਪ੍ਰਭਾਵ ਅਸਰ ਵਾਲੇ ਜੀਵਨ ਦੇ ਵਿੱਚ ਰਹੀਏ। ਸੁਨਤ ਕਹਿਤ ਰਹਿਤ ਗਤ ਪਾਵੋ, ਫਿਰ ਸੁਣਦਿਆਂ ਕਹਿੰਦਿਆਂ ਤੇ ਰਹਿੰਦਿਆਂ ਅਸੀਂ ਪਰਮ ਗਤੀ ਦੀ ਉੱਚੀ ਅਵਸਥਾ ਨੂੰ ਪ੍ਰਾਪਤ ਹੋ ਸਕਾਂਗੇ ਜੀ। ਸਾਰ ਭੂਤ ਸਤ ਹਰ ਕੋ ਨਾਉ, ਸਹਿਜ ਸੁਭਾਏ ਨਾਨਕ ਗੁਣ ਗਾਉ। ਸਾਰ ਭੂਤ, ਭੂਤ ਕਹਿੰਦੇ ਆ ਵਸਤੂ, ਸਾਰ ਕਹਿੰਦੇ ਸ੍ਰੇਸ਼ਟ, ਇਹ ਸ੍ਰੇਸ਼ਟ ਤੋਂ ਸ੍ਰੇਸ਼ਟ ਵਸਤੂ ਹੈ, ਨਾਮ ਦਾ ਨਿਧਾਨ ਖਜ਼ਾਨਾ, ਹਰੀ ਦਾ ਨਾਮ। ਸਹਿਜ ਸੁਭਾਏ ਨਾਨਕ ਗੁਣ ਗਾਓ, ਤਾਂ ਤੇ ਆਤਮਕ ਅਡੋਲਤਾ ਦੇ ਵਿੱਚ ਟਿਕ ਕੇ, ਸਹਿਜ ਰੂਪ ਦੇ ਵਿੱਚ ਟਿਕ ਕੇ ਪ੍ਰਭੂ ਦੇ ਗੁਣਾਂ ਨੂੰ ਜ਼ਰੂਰ ਗਾਓ। ਚੰਚਲ ਮਤ ਨਾਲ ਨਹੀਂ, ਸਹਿਜ ਮਤ ਨਾਲ, ਮਨ ਨੂੰ ਟਿਕਾ ਕੇ ਸਹਿਜ ਰੂਪ ਨਾਲ ਅਰਦਾਸ ਕਰਕੇ ਪ੍ਰਭੂ ਦੇ ਗੁਣ ਗਾਓ ਜੀ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹਉਮੈ ਬਿਖ ਫੈਲ। ਪ੍ਰਭੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਅੰਦਰ ਹਉਮੈ ਦੀ ਮੈਲ, ਜਿਹੜੀ ਅਸੀਂ ਪੰਜਵੇਂ ਪਦੇ ਦੇ ਵਿੱਚ ਪੜ੍ਹ ਕੇ ਆਇਆ, ਸਾਨੂੰ ਕਈਆਂ ਨੂੰ ਕੁਟੰਬ ਦੀ ਹਉਮੈ, ਕਿਸੇ ਨੂੰ ਪਰਿਵਾਰ ਦੀ ਹਉਮੈ, ਕਿਸੇ ਨੂੰ ਬੰਤਾ ਦੀ ਹਉਮੈ, ਕਿਸੇ ਨੂੰ ਰਾਜ ਰੰਕ ਪਾਸਾਰ ਦੀ ਹਉਮੈ, ਕਿਸੇ ਨੂੰ ਅਸ਼ਵ ਹਸਤੀ ਤੇ ਜਿੰਨੀ ਵੀ ਅਸਵਾਰੀਆਂ ਉਹਦੀ ਹਉਮੈ, ਕਿਸੇ ਨੂੰ ਧਨ ਦੀ ਹਉਮੈ। ਸਤਿਗੁਰੂ ਜੀ ਕਹਿੰਦੇ ਆ ਪ੍ਰਭੂ ਦਾ ਨਾਮ, ਪ੍ਰਭੂ ਦੇ ਗੁਣ ਗਾਉਂਦਿਆਂ ਇਹ ਮਨ ਵਿੱਚੋਂ ਹਉਮੈ ਘਟਦੀ ਜਾਂਦੀ ਹੈ। ਫਿਰ ਅਹਿਸਾਸ ਹੁੰਦਾ ਹੈ ਕਿ ਪ੍ਰਭੂ ਜੀ ਜੋ ਕਿਛ ਹੈ ਸੋ ਤੇਰਾ, ਮੇਰਾ ਮੁਝ ਮੈਂ ਕਿਛ ਨਹੀਂ। ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ, ਮੇਰਾ ਕੀ ਹੈ, ਇਹ ਦਿੱਤਾ ਹੋਇਆ ਤੇਰਾ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹਉਮੈ ਬਿਖ ਫੈਲ। ਬਿਖ ਕਹਿੰਦੇ ਆ ਜ਼ਹਿਰ, ਫੈਲ ਕਹਿੰਦੇ ਖਲਾਰਾ, ਜਿਹੜੇ ਇਹ ਮਾਇਆ ਦਾ ਸੀ ਜ਼ਹਿਰ ਪਸਾਰਿਆ ਹੋਇਆ ਹੈ, ਇਹਦੀ ਹਉਮੈ, ਇਹਦਾ ਅਸਰ ਘਟ ਜਾਏਗਾ ਜੀ। ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸਮਾਲ। ਇਹਨੂੰ ਆਪਾਂ ਜਲਦਬਾਜ਼ੀ ਦੇ ਵਿੱਚ ਹੋਏ ਅਚਿੰਤ ਪੜ ਜਾਂਦੇ ਹਾਂ, ਪਰ ਹੋਏ ਤਾਂ ਹੋਏਗਾ ਜਦ ਇਹ ਲਫ਼ਜ਼ ਸਿਹਾਰੀ ਦੇ ਨਾਲ ਈੜੀ ਹੋਏ। ਈੜੀ ਤੇ ਸਿਹਾਰੀ ਨੂੰ ਹੋਏ ਪੜਿਆ ਜਾਂਦਾ। ਇਹ ਹਾਹਾ ਹੈ ਤੇ ਫਿਰ ਹਾਹਾ ਉਹਨੂੰ ਸਿਹਾਰੀ ਹੈ, ਹਾਹੇ ਨੂੰ ਹੋੜਾ, ਫਿਰ ਸਿਹਾਰੀ ਤੇ ਹਾਹੇ ਨੂੰ ਸਿਹਾਰੀ, ਇਹ ਲਫ਼ਜ਼ ਬਣੇਗਾ ਹੋਹੇ। ਹੋਹੇ, ਹਾਂਜੀ, ਹੋਹੇ ਅਚਿੰਤ ਬਸੈ ਸੁਖ ਨਾਲ, ਤੁਸੀਂ ਬੇਫਿਕਰ ਦੇ ਵਿੱਚ ਹੋ ਕੇ ਜੀਵਨ ਬਤੀਤ ਕਰੋਗੇ, ਸੁੱਖਾਂ ਦੇ ਵਿੱਚ। ਸਾਸ ਗ੍ਰਾਸ ਹਰ ਨਾਮ ਸਮਾਲ, ਜੇ ਹਰ ਸਾਸ ਤੇ ਹਰ ਭੋਜਨ ਦੇ ਗ੍ਰਾਸ ਵੇਲੇ, ਹਰ ਭੋਜਨ ਦੀ ਗਰਾਈ ਵੇਲੇ, ਹਰ ਸਾਹ ਲੈਂਦੇ ਹਾਂ, ਜੇ ਅਸੀਂ ਪ੍ਰਭੂ ਨੂੰ ਚੇਤੇ ਕਰਾਂਗੇ ਤੇ ਸਤਿਗੁਰੂ ਜੀ ਕਹਿੰਦੇ ਆ ਫਿਰ ਸੁੱਖਾਂ ਦੇ ਵਿੱਚ ਟਿਕਾਂਗੇ ਜੀ। ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵਹਿ ਸਚ, ਸਾਧ ਸੰਗ ਪਾਵਹਿ ਸਚ ਧਨਾ। ਸਤਿਗੁਰੂ ਜੀ ਕਹਿੰਦੇ ਆ ਬਹੁਤੀਆਂ ਸਿਆਣਪ ਛੱਡ ਦਈਏ। ਛਾੜ ਸਿਆਣਪ ਸਗਲੀ ਮਨਾ, ਸਾਰੀਆਂ ਚਤਰਾਈਆਂ ਸਿਆਣਪਾਂ ਛੱਡੀਏ। ਸਾਧ ਸੰਗ ਪਾਵਹਿ ਸਚ ਧਨਾ, ਸੰਗਤ ਦੇ ਵਿੱਚ ਆ ਕੇ ਕਹੋ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਗੁਰਸਿੱਖਾਂ ਦੀ ਧੂੜ ਮਸਤਕ ਤੇ ਲਾਈਏ। ਸਤਿਗੁਰੂ ਜੀ ਕਹਿੰਦੇ ਸੱਚ ਧਨ ਨਾਮ ਦੀ ਪ੍ਰਾਪਤੀ ਕਰੀਏ ਜੀ। ਹਰ ਪੂੰਜੀ ਸੰਚ ਕਰਹੁ ਬਿਵਹਾਰ, ਇਹਾਂ ਸੁਖ ਦਰਗਹਿ ਜੈਕਾਰ। ਜਿੱਥੇ ਅਸੀਂ ਸੋਨਾ ਚਾਂਦੀ ਹੀਰੇ ਇਕੱਠੇ ਕੀਤੇ ਨੇ, ਉੱਥੇ ਸਤਿਗੁਰੂ ਜੀ ਕਹਿੰਦੇ ਹੈ ਪ੍ਰਭੂ ਦੀ ਪੂੰਜੀ ਦਾ ਵੀ ਵਿਵਹਾਰ ਕਰੀਏ, ਇਹਦਾ ਵੀ ਵਣਜ ਕਰੀਏ, ਇਹਨੂੰ ਵੀ ਸੰਚਿਤ ਕਰੀਏ, ਇਕੱਠਾ ਕਰੀਏ। ਹਰ ਪੂੰਜੀ ਸੰਚ ਕਰਹੁ ਵਿਵਹਾਰ, ਸੰਚ ਦਾ ਮਤਲਬ ਇਕੱਠੀ ਕਰਨਾ, ਇਸ ਪੂੰਜੀ ਨੂੰ ਹਿਰਦੇ ਵਿੱਚ ਵਸਾਉਣਾ। ਸਤਿਗੁਰੂ ਜੀ ਕਹਿੰਦੇ ਸੱਚ ਪੂੰਜੀ ਦਾ ਵਿਵਹਾਰ ਕਰੋ, ਇਹਾਂ ਸੁਖ ਆ ਦਰਗਹਿ ਜੈਕਾਰ, ਇੱਥੇ ਸੁਖ ਮਿਲੇਗਾ। ਸਤਿਗੁਰੂ ਜੀ ਕਹਿੰਦੇ ਇਸ ਜੀਵਨ ਦੇ ਵਿੱਚ ਸੁਖ ਮਿਲੇਗਾ ਔਰ ਦਰਗਾਹ ਦੇ ਵਿੱਚ ਜੈਕਾਰ ਹੋਏਗੀ, ਦਰਗਾਹ ਦੇ ਵਿੱਚ ਸ਼ੋਭਾ ਹੋਏਗੀ ਜੀ। ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾਕੈ ਮਸਤਕ ਲੇਖ। ਜਿਸ ਵੇਲੇ ਮਨੁੱਖ ਹਰ, ਹਰ ਦਾ ਮਤਲਬ ਹੀ ਹੈ, ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਹਰ ਆਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ।
हर कोई प्रभु का नाम नहीं, प्रभु का नाम नहीं है। हरि प्रभु का एक गुण है ਜਿਹੜਾ ਸਭ ਦੇ ਵਿੱਚ ਸਮਾਇਆ ਹੈ, ਉਹ ਹਰ ਹੈ। ਸਰਬ ਨਿਰੰਤਰ ਏਕੋ ਦੇਖ, ਸਾਰਿਆਂ ਦੇ ਅੰਦਰ ਨਿਰੰਤਰ ਇੱਕ ਰੂਪ, ਉੱਚੇ ਵਿੱਚ ਨੀਵੇਂ ਵਿੱਚ, ਛੋਟੇ ਵਿੱਚ ਵੱਡੇ ਵਿੱਚ, ਕਾਲੇ ਵਿੱਚ ਗੋਰੇ ਵਿੱਚ, ਸਭ ਦੇ ਵਿੱਚ, ਸਾਰਿਆਂ ਦੇ ਵਿੱਚ ਇੱਕ ਅਕਾਲ ਪੁਰਖ ਦੀ ਜੋਤ ਦੇ ਦਰਸ਼ਨ ਹੋਣਗੇ। ਕਹੋ ਨਾਨਕ ਜਾ ਕੇ ਮਸਤਕ ਲੇਖ। ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਕਿ ਇਹ ਕੰਮ ਉਹੀ ਮਨੁੱਖ ਕਰ ਸਕਦਾ ਹੈ, ਇਹ ਅਵਸਥਾ ਉਸੇ ਮਨੁੱਖ ਦੀ ਹੋ ਸਕਦੀ ਹੈ ਜਿਹਦੇ ਮਸਤਕ ਦੇ ਉੱਤੇ ਚੰਗੇ ਭਾਗ ਲਿਖੇ ਨੇ ਜੀ। ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਇੱਕੋ ਪ੍ਰਭੂ ਦੀ ਆਰਾਧਨਾ ਕਰੋ, ਇੱਕ ਪ੍ਰਭੂ ਹੀ ਜਪੋ, ਏਕੋ ਜਪ ਏਕੋ ਸਲਾਹੇ, ਇੱਕੋ ਦੀ ਸਿਫਤ ਸਲਾਹ ਕਰੋ। ਇਹ ਨਹੀਂ ਕਿ ਰੁੱਖਾਂ ਨੂੰ, ਬਿਰਖਾਂ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ, ਮੜੀਆਂ ਮਸਾਣੀਆਂ ਨੂੰ, ਦੇਹ ਧਾਰੀਆਂ ਨੂੰ ਤੇ ਕਈ ਰੂਪ ਦੇ ਵਿੱਚ ਵੱਖਰੇ ਵੱਖਰੇ ਦੇਵਤਿਆਂ ਦੀ ਪੂਜਾ ਨਹੀਂ। ਮਹਾਰਾਜ ਜੀ ਕਹਿੰਦੇ ਨਹੀਂ, ਇੱਕੋ ਹੀ ਹੋ ਤੋਂ ਏਕ ਰਮਈਆ ਲੈਹੂੰ, ਇੱਕੋ ਦੀ ਆਰਾਧਨਾ ਕਰੋ। ਤਾਈਓ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿੰਦੇ, ਖਾਲਸੇ ਦੀ ਪਰਿਭਾਸ਼ਾ ਦਿੰਦੇ ਆ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ। ਦੂਜਾ ਨਹੀਂ, ਨੈਕ ਦਾ ਮਤਲਬ ਦੂਜਾ ਕੋਈ ਵੀ ਨਹੀਂ, ਇੱਕ ਤੋਂ ਬਿਨਾ ਦੂਸਰਾ ਨਹੀਂ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮਣੀ ਮਟ ਭੂਲ ਨਾ ਮਾਨੈ। ਤੀਰਥ ਦਾਨ ਦਇਆ ਤਪ ਸੰਜਮ, ਇਹ ਸਾਰਾ ਕੁਝ ਫੋਕਟ ਕਰਮ ਹੀ ਹੈ ਜੇ ਦਿਖਾਵਾ ਹੈ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਣੈ। ਜੇ ਇਹਦੇ ਵਿੱਚ ਦੁਤੀਆ ਦੂਜੀ ਗੱਲ ਆ ਗਈ ਨਾ ਕਿ ਮੈਨੂੰ ਵੀ ਸ਼ੋਭਾ ਮਿਲੇ, ਲੋਕੀ ਮੈਨੂੰ ਵੀ ਦੇਖਣ, ਮੈਂ ਤੀਰਥ ਤੇ ਜਾਣਾ, ਦਾਨ ਦਿੰਦਾ, ਤਪ ਕਰਦਾ, ਜੇ ਦੂਸਰੀ ਗੱਲ ਆ ਗਈ, ਸਤਿਗੁਰੂ ਜੀ ਕਹਿੰਦੇ ਆ ਇੱਕ ਨਹੀਂ ਰਿਹਾ, ਫਿਰ ਉਸ ਖਾਲਸ ਵਾਲੀ ਬਿਰਤੀ ਨਹੀਂ ਵਸੀ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਣੈ। ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਾ ਖਾਲਸ ਜਾਣੈ। ਇੱਕ ਖਸਮ ਦਾ ਆਰਾਧਨ ਕਰਦੇ ਕਰਦੇ ਪੂਰਨ ਗਿਆਨ ਦੀ ਜੋਤ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਤਾਂ ਸਤਿਗੁਰੂ ਜੀ ਕਹਿੰਦੇ ਆ ਅੰਦਰ ਇੱਕੋ ਹੀ ਪ੍ਰਭੂ ਦਾ, ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ। ਇੱਕੋ ਹੀ ਦੀ ਮਿਲਣ ਦੀ ਤਾਂਘ, ਏਕੋ ਮਨ ਆਹੇ, ਇੱਕੋ ਦੇ ਦਰਸ਼ਨ ਦੀ ਤਾਂਘ, ਉਸ ਖਸਮ ਦੀ, ਉਸ ਪ੍ਰਭੂ ਦੀ ਤਾਂਘ ਆਪਣੇ ਮਨ ਵਿੱਚ ਰੱਖੀਏ ਜੀ। ਏਕਸ ਕੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਗਵੰਤ। ਇੱਕੋ ਹੀ ਖਸਮ ਦੇ ਗੁਣ ਗਾਓ, ਉਸ ਅਕਾਲ ਪੁਰਖ ਵਾਹਿਗੁਰੂ ਦੇ। ਮੰਤਨ ਜਾਪ ਏਕ ਭਗਵੰਤ, ਇੱਕੋ ਹੀ ਭਗਵਾਨ ਮਨ ਤੇ ਤਨ ਦੇ ਜਾਪ ਦਾ ਹਿੱਸਾ ਇੰਦਰੀਆਂ ਦੇ ਰਾਹੀਂ ਜਪਿਆ ਜਾਏ ਜੀ। ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਸਭ ਥਾਈ ਪ੍ਰਭੂ ਆਪ ਹੀ ਆਪ ਫਿਰ ਦਿਸੇਗਾ, ਫਿਰ ਦੂਜਾ ਕੋਈ ਨਹੀਂ। ਫਿਰ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਫਿਰ ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਫਿਰ ਇੱਕੋ ਹੀ ਖਸਮ ਹਰ ਥਾਂ ਤੇ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ। ਸਾਰਿਆਂ ਦੇ ਵਿੱਚ, ਸਭ ਜੀਵਾਂ ਦੇ ਵਿੱਚ ਆਪ ਹੀ ਪੂਰਨ ਰੂਪ ਦੇ ਵਿੱਚ ਪ੍ਰਭੂ ਵਿਆਪਕ ਦਿਸੇਗਾ ਜੀ। ਅਨੇਕ ਵਿਸਥਾਰ ਏਕ ਤੇ ਭਏ, ਏਕ ਆਰਾਧ ਪਰਾਛਤ ਗਏ। ਇਹ ਸਾਰਾ ਵਿਸਥਾਰ ਇੱਕ ਤੋਂ ਹੀ ਹੋਇਆ, ਕੋਈ ਦੂਸਰਾ ਨਹੀਂ ਹੈ ਵਿਸਥਾਰ ਕਰਨ ਵਾਲਾ। ਇਹ ਅਨੇਕਾਂ ਖਿਲਾਰੇ ਉਸ ਇੱਕ ਤੋਂ ਹੀ ਹੋਏ ਨੇ। ਏਕ ਆਰਾਧ ਪਰਾਛਤ ਗਏ, ਪਰਾਛਤ ਦਾ ਮਤਲਬ ਪਾਪ। ਇੱਕ ਨੂੰ ਧਿਆਉਂਦਿਆਂ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ, ਫਿਰ ਗਰਭਾਸ ਨਾ ਭਰਿਆ ਰੇ। ਇੱਕ ਨੂੰ ਧਿਆਉਂਦਿਆਂ ਸਾਰੇ ਪਾਪ ਖਤਮ ਹੋਏ ਜੀ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਮਨ ਤੇ ਤਨ ਦੇ ਅੰਦਰ, ਕੱਲਾ ਤਨ ਨਾ ਜ਼ੁਬਾਨ ਤੋਂ ਬੋਲੇ, ਮਨ ਦੇ ਅੰਦਰ ਵੀ, ਮਨ ਤਨ ਅੰਤਰ ਏਕ ਪ੍ਰਭ ਰਾਤਾ। ਮਨ ਤੇ ਤਨ ਦੇ ਅੰਦਰ ਇੱਕੋ ਹੀ ਖਸਮ ਪਰੋਤਾ ਹੋਇਆ, ਪੂਰਨ ਰੂਪ ਦੇ ਵਿੱਚ, ਸਹਿਜ ਰੂਪ ਦੇ ਵਿੱਚ, ਰੋਮ ਰੋਮ ਪ੍ਰਤੀਤ ਹੋਏ। ਜਿਸ ਮਨੁੱਖ ਦੇ ਮਨ ਤੇ ਸਰੀਰ ਵਿੱਚ ਇੱਕੋ ਹੀ ਪ੍ਰਭੂ ਪਰੋਤਾ ਗਿਆ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਗੁਰੂ ਦੀ ਕਿਰਪਾ ਦੇ ਨਾਲ ਸਤਿਗੁਰੂ ਜੀ ਕਹਿੰਦੇ ਆ ਉਸ ਪ੍ਰਭੂ ਨੂੰ ਉਸ ਮਨੁੱਖ ਨੇ ਪਛਾਣ ਲਿਆ। ਗੁਰ ਪ੍ਰਸਾਦ ਨਾਨਕ ਇੱਕ ਜਾਤਾ, ਇੱਕ ਨੂੰ ਜਾਣ ਲਿਆ, ਇੱਕ ਨੂੰ ਸਮਝ ਲਿਆ, ਇੱਕ ਨੂੰ ਧਿਆ ਲਿਆ, ਤੇ ਇੱਕ ਨੂੰ ਧਿਆਉਣ ਨਾਲ ਉਹ ਇੱਕੋ ਹੀ ਦਾ ਰੂਪ ਹੋ ਗਿਆ, ਦੂਸਰਾ ਖਤਮ ਹੋ ਗਿਆ, ਦੂਈ ਕੁਦਰਤ ਖਤਮ ਹੋ ਗਈ। ਉਹ ਇੱਕ ਨੂੰ ਧਿਆਉਂਦੇ ਧਿਆਉਂਦੇ ਇੱਕ ਦਾ ਰੂਪ ਹੋ ਜਾਣ ਵਾਸਤੇ ਗੁਰੂ ਅਰਜਨ ਸਾਹਿਬ ਜੀ 19ਵੀਂ ਅਸ਼ਟਪਦੀ ਦੇ ਵਿੱਚ ਤਾਕੀਦ ਕਰਦੇ ਆ, ਜਿਹਨੂੰ ਮਹਾਰਾਜ ਜੀ ਕਹਿੰਦੇ
ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਇਹ ਜਿੰਨੀ ਇਹ ਵਿਖਿਆ ਹੀ ਹੈ ਦੂਸਰਾ ਪਸਾਰਾ। ਸਿਰਫ ਇੱਕ ਭਜਨ, ਇੱਕ ਭਗਤੀ, ਇੱਕ ਬੰਦਗੀ, ਕਿ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਪ੍ਰਭੂ ਦੀ ਬੰਦਗੀ ਨਾ ਵਿਸਰੇ, ਪ੍ਰਭੂ ਦੇ ਗੁਣ ਨਾ ਵਿਸਰਨ। ਫਿਰ ਸਾਹਿਬ ਜੀ ਕਹਿੰਦੇ ਉਹ ਮਨੁੱਖ ਸੱਚੀ ਪ੍ਰਭੂ ਵਰਗਾ ਹੀ ਹੋ ਜਾਂਦਾ, ਉਹ ਇੱਕ ਦਾ ਰੂਪ ਹੀ ਹੋ ਜਾਂਦਾ ਹੈ। ਉਹਦੇ ਅੰਦਰ ਬਿਲਕੁਲ ਹਉਮੈ, ਬਿਲਕੁਲ ਕਿਸੇ ਤਰ੍ਹਾਂ ਦੀ ਤ੍ਰਿਸ਼ਨਾ ਦੀ ਮੈਲ ਨਹੀਂ ਰਹਿੰਦੀ। ਸਤਿਗੁਰ ਜੀ ਭਲੀ ਕਰਨ। ਸਤਿਗੁਰ ਜੀ ਦੇ ਅੱਗੇ ਅਰਦਾਸ ਕਰੀਏ, ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਅੰਨ ਪਾਣੀ ਮੁਝ ਉਪਾਏ ਦੁਖ ਦਾਲਦ ਭੰਨ ਧਰ। ਅਰਦਾਸ ਸੁਣੀ ਦਾਤਾਰ ਹੋਈ ਸ੍ਰਿਸ਼ਟ ਠਰ, ਲੇਵੋ ਕੰਠ ਲਗਾਏ ਅਪਦਾ ਸਭ ਹਰ। ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।